ਸੱਤ ਸਮੁੰਦਰੋਂ ਪਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸ਼ਰਨਜੀਤ ਕੌਰ ਸੰਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਦਰਸ਼ਕਾਂ ਦੀ ਮੰਗ ਤੇ ਅੱਜ ਅਸੀਂ ਫਿਰ ਪਹੁੰਚੇ ਹਾਂ ਜੀ ਵੈਦ ਮਨਜੀਤ ਸਿੰਘ ਹੁਣਾਂ ਜੀ ਕੋਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੈਂ ਤੁਹਾਡੇ ਤਕਰੀਬਨ ਜਿੰਨੇ ਵੀ ਲੇਖ ਲਿਖੇ ਹੋਏ ਨੇ ਉਹਨਾਂ ਵਿੱਚ ਇੱਕ ਗੱਲ ਬਹੁਤ ਜ਼ਿਆਦਾ ਦੇਖਣ ਨੂੰ ਮਿਲੀ ਹੈ ਕਿ 84 ਲੱਖ ਜੂਨ ਭੋਗਣ ਤੋਂ ਬਾਅਦ ਆਪਾਂ ਨੂੰ ਇਨਸਾਨੀ ਜਾਮਾ ਮਿਲਦਾ ਹੈ, ਅਤੇ ਜੋ ਇਨਸਾਨੀ ਜਾਮਾ ਹੈ ਉਹ ਵੀ ਆਪਾਂ ਨੂੰ ਇੱਕ ਔਰਤ ਦੀ ਬਦੌਲਤ ਹੀ ਮਿਲਦਾ ਹੈ। ਇਸ ਬਾਰੇ ਤੁਸੀਂ ਹੋਰ ਚਾਨਣਾ ਪਾਉਣਾ ਚਾਹੋਗੇ? ਉਹਦੇ ਵਿੱਚ ਗੱਲ ਇਹ ਆ ਵੀ ਜਿਹੜੀ ਇਨਸਾਨੀ ਕਦਰਾਂ ਕੀਮਤਾਂ ਦੀਆਂ ਭਾਵਨਾਵਾਂ ਜਦੋਂ ਇਨਸਾਨ ਦੇ ਵਿੱਚ ਇਹ ਉੱਚੀਆਂ ਹੁੰਦੀਆਂ ਨੇ ਤਾਂ ਇਹ ਉੱਚੀਆਂ ਓਨਾ ਚਿਰ ਨਹੀਂ ਹੋ ਸਕਦੀਆਂ ਜਿੰਨਾ ਚਿਰ ਤੱਕ ਅਸੀਂ ਘਰ ਦੇ ਵਿੱਚ 3 ਦੇਵੀਆਂ ਨੂੰ ਮਾਣ ਨਹੀਂ ਦੇ ਸਕਦੇ। ਪਹਿਲੀ ਦੇਵੀ ਮਾਤਾ ਸ਼੍ਰੀ, ਦੂਜਾ ਜੀਵਨ ਸਾਥੀ, ਤੀਜੀ ਨੂੰਹ ਰਾਣੀ। ਜਿਹੜੇ ਘਰ ਦੇ ਵਿੱਚ ਇਹਨਾਂ ਤਿੰਨ ਦੇਵੀਆਂ ਦਾ ਮਾਣ ਆ ਉੱਥੇ ਉਹਨਾਂ ਨੂੰ ਕੋਈ ਭਗਤੀ ਕਰਨ ਦੀ ਲੋੜ ਨਹੀਂ, ਖੁਦ ਹੀ ਭਗਤ ਹੁੰਦੇ ਆ। ਦੂਜੀ ਗੱਲ, ਜਿਹੜਾ ਤੁਹਾਡਾ ਸਵਾਲ ਆ ਇਹ ਜਿੰਨਾ ਚਿਰ ਤੁਹਾਨੂੰ ਭੌਤਿਕ ਵਿਗਿਆਨ ਅਤੇ ਜੀਵ ਵਿਗਿਆਨ ਬਾਰੇ ਗਿਆਨ ਨਹੀਂ ਹੁੰਦਾ ਉਦੋਂ ਤੱਕ ਅਸੀਂ ਆਪਣੀ ਜਿਹੜੀ ਸਾਡੀ ਉਤਪਤੀ ਹੈ ਕਿਵੇਂ ਹੋਈ ਆ ਉਹ ਨਹੀਂ ਜਾਣ ਸਕਦੇ। ਇਹਨੂੰ ਜਾਣਨ ਵਾਸਤੇ ਸਾਨੂੰ ਪਹਿਲਾਂ ਜਿਹੜਾ ਦੁਨੀਆ ਸਭ ਤੋਂ ਵੱਡਾ ਜੀਵ ਹੈ ਡਾਰਵਿਨ, ਉਹਦੀ ਥਿਊਰੀ ਪੜ੍ਹਨੀ ਪੈਣੀ ਹੈ। ਫਿਰ ਸਾਨੂੰ ਪਤਾ ਲੱਗੂਗਾ ਬਈ ਸਾਡੀ ਉਤਪਤੀ ਕਿਵੇਂ ਹੋਈ ਹੈ। ਸੰਸਾਰ ਦੇ ਵਿੱਚ ਕਿਸੇ ਨੂੰ ਆਪਣੀ ਮਾਂ ਦਾ ਨਹੀਂ ਪਤਾ। ਅਗਰ ਕਿਸੇ ਨੂੰ ਪਤਾ ਲੱਗ ਜਾਂਦਾ, ਮੰਨ ਲਓ ਮੇਰੇ ਖਿਆਲ ਦੇ ਵਿੱਚ 80 ਕਰੋੜ 'ਚੋਂ ਇੱਕ ਨੂੰ ਪਤਾ ਲੱਗਦਾ ਕਿ ਇਹ ਮੇਰੀ ਮਾਂ ਵਾ। ਮੁੰਡਾ ਆਪਣੀ ਮਾਂ ਮੂਹਰੇ ਤਾਂ ਬੋਲਦਾ, ਉਹਨੂੰ ਪਤਾ ਨਹੀਂ ਕਿਹਾ ਕਿ ਮੇਰੀ ਮਾਂ ਵਾ। ਲੋਕਾਂ ਵਾਸਤੇ ਕਹਿੰਦਾ ਮੈਂ ਵੀ ਏਕੜ ਜੰਮਿਆ ਆਊਂਗਾ। ਜਦੋਂ ਜਾਣੀ ਮੰਨ ਲਓ ਚੱਲ ਮੈਂ ਆਪਣੀ ਗੱਲ ਕਰਦਾ ਵੀ ਮੈਨੂੰ ਪਤਾ ਲੱਗ ਗਿਆ ਇਹ ਮੇਰੀ ਮਾਂ ਵਾ, ਤਾਂ ਮੇਰਾ ਜਿਹੜਾ ਪਹਿਲਾ ਧਿਆਨ ਆ ਮੇਰੀ ਮਾਂ ਦੀਆਂ ਅੱਖਾਂ ਵੱਲ ਜਾਂਦਾ ਵੀ ਮੈਨੂੰ ਇਹੋ ਜਿਹਾ ਬਣਾਉਣ ਵਾਸਤੇ ਮੇਰੀ ਮਾਤਾ ਨੇ ਆਪਣੇ ਪੇਟ ਦੇ ਵਿੱਚ 9 ਮਹੀਨੇ ਉਡੀਕਦੀ ਰਹੀ। ਹਾਂਜੀ ਮਨਜੀਤ ਜੀ, ਇੱਕ ਔਰਤ ਕਈ ਰਿਸ਼ਤੇ ਜੀਂਦੀ ਹੈ ਆਪਣੀ ਜ਼ਿੰਦਗੀ ਦੇ ਵਿੱਚ। ਔਰਤ ਮਾਂ ਵੀ ਹੈ, ਔਰਤ ਭੈਣ ਵੀ ਹੈ, ਬੇਟੀ ਵੀ ਹੈ, ਅਤੇ ਇੱਕ ਪਤਨੀ ਹੋਣ ਦਾ ਫਰਜ਼ ਵੀ ਨਿਭਾਉਂਦੀ ਹੈ। ਪਰ ਕੁਝ ਰਿਸ਼ਤਿਆਂ ਵਿੱਚ ਜਾ ਕੇ ਔਰਤ ਦੀ ਮਾਨਸਿਕਤਾ ਬਦਲ ਕਿਉਂ ਜਾਂਦੀ ਹੈ? ਉਹਦੇ ਵਿੱਚ ਗੱਲ ਇਹ ਹੁੰਦੀ ਆ ਬਈ ਜੋ ਵਿਅਕਤੀ, ਆਪਾਂ ਮਰਦ ਦੀ ਗੱਲ ਕਰਾਂਗੇ, ਦੇਖੋ ਜਿਹੜੀ ਔਰਤ ਆ ਉਹ ਤਾਂ ਆਪਣਾ ਘਰ ਛੱਡ ਕੇ ਦੂਏ ਦੇ ਘਰ ਜਾਂਦੀ ਹੈ। ਉਹ ਤਾਂ ਉੱਥੇ ਸਦਾ ਲਈ 70 ਸਾਲ ਤੱਕ ਰਹਿਣ ਵਾਸਤੇ ਆਉਂਦੀ ਹੈ ਵੀ ਮੈਂ ਇੱਥੇ ਰਹਿਣਾ, ਵਧੀਆ ਰਹਿਣਾ, ਮੇਰੇ ਬੱਚੇ ਵੀ ਹੋਣਗੇ, ਮੇਰਾ ਪਤੀ ਵੀ ਹੋਏ, ਮੇਰੀ ਸੱਸ ਸਹੁਰੇ ਵੀ ਸਾਰੇ ਹੋਣਗੇ, ਜੋ ਵੀ ਆਪਾਂ ਸੰਸਾਰ ਦੇਖਦੇ ਹਾਂ। ਉਹਦੇ ਵਿੱਚ ਕੀ ਗੱਲ ਹੁੰਦੀ ਆ ਵੀ ਜਿੰਨਾ ਚਿਰ ਤੱਕ ਕੋਈ ਵੀ ਜਿਹੜਾ ਮਰਦ ਆ ਸੱਚੀ ਮੁਹੱਬਤ ਦਾ ਸ਼ਿਕਾਰ ਨਹੀਂ ਹੋ ਜਾਂਦਾ, ਉਹਨੂੰ ਉਸ ਚੀਜ਼ ਦਾ ਪਤਾ ਹੀ ਨਹੀਂ ਲੱਗਦਾ ਕਿ ਜਿਹੜੀਆਂ ਪਿਆਰ ਦੀਆਂ ਬਰਫੀਲੀਆਂ ਉੱਚੀਆਂ ਚੋਟੀਆਂ ਨੇ ਉਹਦੇ ਉੱਤੇ ਕਿਵੇਂ ਚੜ੍ਹਿਆ ਜਾ ਸਕਦਾ। ਇਹ ਗਿਆਨ ਨਾ ਹੋਣ ਦੀ ਵਜ੍ਹਾ ਕਰਕੇ ਅਸੀਂ ਇੱਕ ਦੂਜੇ ਦੇ ਉੱਤੇ ਜਾਣੀ ਕਿ ਮੰਨ ਲਾ ਚਿੱਕੜ ਸੁੱਟ ਕੇ, ਦੂਜੇ ਦੋਸ਼ ਲਾ ਕੇ ਜਾਂ ਪੁਰਾਣੀਆਂ ਕਮਜ਼ੋਰੀਆਂ ਨੂੰ ਦੁਹਰਾ ਕੇ, ਜਾਣੀ ਕਿ ਉਹ ਸਾਡੀ ਜਿਹੜੀ, ਚਲੋ ਪਿਆਰ ਤਾਂ ਅੱਜ ਕੱਲ੍ਹ ਕਿਸੇ ਦਾ ਦਿੰਦਾ ਨਹੀਂ ਹੈ, ਕਿਸੇ 'ਚ ਪਿਆਰ ਵੀ ਹੈਗਾ, ਠੀਕ ਹੈ ਕਿ ਨਹੀਂ। ਮੇਰਾ ਖਿਆਲ ਆ ਵੀ ਜਿਹੜਾ ਇੱਕ ਮੇਰੇ ਸ਼ਹਿਰ ਆ ਵੀ ਇਹ ਜੋ ਚਿਹਰੇ ਦਿਸਣ ਦੋਸਤ ਆ ਇਹ ਵੀ ਨਜ਼ਰਾਂ ਦਾ ਇੱਕ ਧੋਖਾ। ਵੀ ਬਾਹਰ ਬੇਸ਼ੱਕ ਚਾਹੇ ਅਸੀਂ ਬਾਜ਼ਾਰਾਂ ਦੇ ਵਿੱਚ ਕਿਸੇ ਨੂੰ ਗਲ ਬੱਕੜੀਆਂ ਪਾ ਦੇਖਦੇ ਹਾਂ, ਬਾਹਾਂ ਦੇ ਵਿੱਚ ਪਾ ਕੇ ਬਾਜ਼ਾਰ ਤੁਰੇ ਫਿਰਦੇ ਹਾਂ, ਪਰ ਜਦੋਂ ਅਸੀਂ ਉਹਦੀ ਘਰੇਲੂ ਨਿੱਜੀ ਜ਼ਿੰਦਗੀ ਵੱਲ ਝਾਕਦੇ ਹਾਂ ਉਹ ਬਹੁਤ ਭਿਆਨਕ ਹੁੰਦੀ ਹੈ। ਇਹ ਉਦੋਂ ਹੁੰਦੀ ਆ ਜਿਸ ਮੌਕੇ ਉਹਨਾਂ ਨੂੰ ਪਿਆਰ ਦਾ ਪੂਰਨ ਤਜਰਬਾ ਨਹੀਂ ਹੁੰਦਾ। ਜਿਵੇਂ ਕਿ ਇੱਕ ਜਗ੍ਹਾ 'ਤੇ ਮੇਰਾ ਲਿਖਿਆ ਹੋਇਆ, ਉਹ ਔਰਤ ਕੁਆਰੀ ਆ ਜਿਸ ਨੂੰ ਕਦੇ ਵੀ ਕਾਮਨਾਮਾ ਨਹੀਂ ਹਿਲਾਇਆ, ਕਾਮਨਾਮਾ ਟਕਰਾਅ ਹੁੰਦਾ। ਵੀ ਜਿਹੜੇ ਪਤੀ ਨਾਲ ਟਕਰਾਅ ਨਹੀਂ ਉਹ ਕੁਆਰਿਆਂ ਵਾਂਗ ਪਵਿੱਤਰ ਹੁੰਦੇ ਨੇ, ਉਹਨਾਂ ਨੂੰ ਕਦੇ ਭਗਤੀ ਕਰਨ ਲੋੜ ਨਹੀਂ, ਖੁਦ ਹੀ ਭਗਤ ਹੁੰਦੇ ਆ। ਇਹਦੇ ਵਿੱਚ ਇਹ ਉਦੋਂ ਹੀ ਹੋ ਸਕਦਾ ਜਦੋਂ ਤੱਕ ਜਿਹੜਾ ਮਰਦ ਆ ਉਹਦਾ ਤੀਜੀ ਧਿਰ ਵੱਲ ਜਿਹੜਾ ਧਿਆਨ ਨਹੀਂ ਜਾਂਦਾ। ਜਦੋਂ ਸਾਡਾ ਧਿਆਨ ਟੁੱਟਦਾ ਤਾਂ ਉਸ ਮੌਕੇ ਅਸੀਂ ਮਾੜੇ ਟਾਈਮ ਦਾ ਸ਼ਿਕਾਰ ਹੋ ਜਾਂਦੇ ਹਾਂ, ਸਾਡੀ ਮਾਨਸਿਕਤਾ ਟੁੱਟ ਜਾਂਦੀ ਆ, ਉਹ ਵੰਡੀ ਜਾਂਦੀ ਆ, ਜਿਹਦੇ ਨਾਲ ਅਸੀਂ ਜਿਹੜਾ ਸਾਡਾ ਗ੍ਰਹਿਸਥੀ ਰਿਸ਼ਤਾ ਹੁੰਦਾ ਉਹ ਅਸੀਂ ਨਿਭਾਉਣ ਤੋਂ ਅਸਮਰਥ ਹੋ ਜਾਂਦੇ ਹਾਂ। ਐਂ ਨਹੀਂ ਹੁੰਦਾ ਕਿ ਛੱਡ ਕੇ ਭੱਜ ਜਾਂਦੇ ਹਾਂ, ਪਰ ਜਾਣੀ ਕਿ ਮੰਨ ਲਾ ਵੀ ਜਿਸ ਤਰ੍ਹਾਂ ਜੰਗਲ ਜਾਨਵਰ ਲੜਦੇ ਆ ਅਸੀਂ ਘਰ 'ਚ ਲੜੀ ਜਾਂਦੇ ਹਾਂ, ਫਰਕ ਕੋਈ ਨਹੀਂ ਹੈਗਾ। ਪਰ ਮੈਂ ਜਾਣੀ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਬਈ ਦੇਖੋ ਜਿਹੜਾ ਇਹ ਜਨਮ ਆ ਇਹਨੇ ਵਾਰ-ਵਾਰ ਨਹੀਂ ਆਉਣਾ, ਜਵਾਨੀ ਨੇ ਵੀ ਵਾਰ-ਵਾਰ ਨਹੀਂ ਆਉਣਾ। ਇਹ ਜਵਾਨੀ ਮਾਣਨ ਵਾਸਤੇ ਆ, ਕੱਢਣ ਵਾਸਤੇ ਨਹੀਂ ਹੈ। ਤੁਸੀਂ ਉਨਾ ਚਿਰ ਨਹੀਂ ਮਾਣ ਸਕਦੇ ਜਿੰਨਾ ਚਿਰ ਤੱਕ ਤੁਸੀਂ ਖੁਦ ਸੱਚੀ ਮੁਹੱਬਤ ਦਾ ਸ਼ਿਕਾਰ ਨਹੀਂ ਹੋ ਜਾਂਦੇ, ਜਦੋਂ ਕਿ ਤੁਸੀਂ ਅੰਦਰੋਂ ਬਾਹਰੋਂ ਇੱਕੋ ਜਿਹੇ ਨਹੀਂ ਹੋ ਜਾਂਦੇ, ਠੀਕ ਹੈ ਕਿ ਨਹੀਂ। ਜਿਹਨੇ ਉਹ ਗੁਰਬਾਣੀ ਕਹਿੰਦੀ ਆ ਮਨ ਹੋਰ ਮੁੱਖ ਹੋਰ ਕਾਂਢੇ ਕੱਚਿਆ, ਵੀ ਮਨ 'ਚ ਕੁਛ ਹੋਰ ਆ, ਦਿਮਾਗ 'ਚ ਹੋਰ ਆ, ਮੂੰਹ 'ਚ ਕੁਛ ਹੋਰ ਕੱਢੀ ਜਾਂਦੇ ਆ। ਜਦੋਂ ਸਾਡੇ ਵਿੱਚ ਇਹ ਟੁੱਟੀ ਫੁੱਟੀ ਮਾਨਸਿਕਤਾ ਆਉਂਦੀ ਆ ਉਸ ਮੌਕੇ ਅਸੀਂ ਮਨੁੱਖੀ ਕਦਰਾਂ ਕੀਮਤਾਂ ਦੀ ਭਾਵਨਾਵਾਂ ਨੂੰ ਜਾਣਨ ਤੋਂ ਅਸਮਰਥ ਹੋ ਜਾਂਦੇ ਹਾਂ। ਜਦੋਂ ਮਰਦ ਤੋਂ ਕੋਈ ਗਲਤੀ ਹੋ ਜਾਂਦੀ ਹੈ, ਚਾਹੇ ਉਹ ਘਰ 'ਚ ਲਾ ਲਓ ਜਾਂ ਬਾਹਰ ਯਾਰੀ ਦੋਸਤੀ ਜਾਂ ਕਿਸੇ ਵੀ ਪਬਲਿਕ ਪਲੇਸ 'ਤੇ ਲਗਾ ਲਓ, ਤਾਂ ਉਹ ਮਾफ़ੀ ਮੰਗਣ ਲਈ ਵੀ ਤਿਆਰ ਹੋ ਜਾਂਦਾ।
ਬਟ ਜੇ ਉਹੀ ਕੋਈ ਗੱਲ ਘਰ ਦੇ ਵਿੱਚ ਹੋ ਜੇ ਤੇ ਉਹਨੂੰ ਆਪਣੀ ਪਤਨੀ ਤੋਂ ਮਾਫੀ ਮੰਗਣੀ ਪਵੇ ਤਾਂ ਉਹ ਸੋਚਦਾ ਕਿ ਮੈਂ ਇਹਦੇ ਹੇਠਾਂ ਨਹੀਂ ਲੱਗਣਾ, ਮੈਂ ਇਹਦੇ ਤੋਂ ਮਾਫੀ ਨਹੀਂ ਮੰਗਣੀ। ਉਹ ਇਸ ਤਰ੍ਹਾਂ ਦੀ ਸੋਚ ਕਿਉਂ ਰੱਖਦਾ ਆਪਣੀ ਪਤਨੀ ਦੇ ਮੁਤਾਬਿਕ? ਉਹਦੇ ਵਿੱਚ ਸੰਧੂ ਸਾਹਿਬ ਗੱਲ ਇਹ ਆ, ਇਹ ਇੱਕ ਹਉਮੈ ਦਾ ਪ੍ਰਤੀਕ ਆ, ਹੰਕਾਰ ਦਾ ਪ੍ਰਤੀਕ ਆ। ਜਿਹੜੇ ਘਰ ਦੇ ਵਿੱਚ ਰਿਸ਼ਤਾ ਹੁੰਦਾ ਉੱਥੇ ਹਉਮੈ ਹੁੰਦੀ ਆ, ਜਿੱਥੇ ਹਉਮੈ ਹੁੰਦਾ ਉੱਥੇ ਹੰਕਾਰ ਹੁੰਦਾ, ਜਿੱਥੇ ਹੰਕਾਰ ਹੁੰਦਾ ਉੱਥੇ ਵਿਨਾਸ਼ ਹੁੰਦਾ। ਵਿਨਾਸ਼ ਦਾ ਮਤਲਬ ਉੱਥੇ ਕਲੇਸ਼ ਖੜਾ ਹੋ ਜਾਂਦਾ। ਤੇ ਮੈਂ ਜਾਣੀ ਕਿ ਨਾ ਮਰਦਾਂ ਨੂੰ ਇੱਕ ਬੇਨਤੀ ਕਰਦਾ, ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਸੀਂ ਕਦੇ ਵੀ ਉਸ ਔਰਤ ਦੇ ਦੁੱਖਾਂ ਵਿੱਚ ਵਾਧਾ ਨਾ ਕਰੋ ਜਿਨ੍ਹਾਂ ਨੂੰ ਤੁਹਾਡੀ ਬਹੁਤ ਲੋੜ ਆ, ਔਰ ਤੁਹਾਤੋਂ ਬਿਨਾਂ ਉਹਦਾ ਹੋਰ ਹੈ ਵੀ ਕੋਈ ਨਹੀਂ ਹੈ। ਵੀ ਇਸ ਕਰਕੇ ਕਦੇ ਵੀ ਜਿੰਨਾ ਚਿਰ ਤੁਸੀਂ ਇਸ ਹਉਮੈ ਦੇ ਰੋਗ ਤੋਂ ਪਰੇ ਨਹੀਂ ਹਟਦੇ, ਉਹਨਾਂ ਚਿਰ ਤੱਕ ਤੁਸੀਂ ਕਦੇ ਵੀ ਆਪਣੀ ਔਰਤ ਨੂੰ ਮਾਨ ਸਨਮਾਨ ਜਾਂ ਉਹ ਤੋਂ ਮਾਫੀ ਮੰਗਣਾ ਜਾਂ ਗਲਤੀ ਮੰਨਣਾ ਤਾਂ ਤੁਸੀਂ ਕਦੇ ਵੀ ਇਹ ਨਹੀਂ ਕਰ ਸਕਦੇ। ਹਾਂਜੀ ਮਨਜੀਤ ਜੀ, ਇੱਕ ਔਰਤ ਵਿੱਚ ਕਿੰਨੇ ਗੁਣ ਹੁੰਦੇ ਨੇ ਤੇ ਉਹ ਕਿੰਨੀ ਦਲੇਰ ਹੁੰਦੀ ਹੈ। ਉਹ ਆਪਣੇ ਪਰਿਵਾਰ ਨੂੰ ਜੋੜ ਕੇ ਰੱਖਣ ਲਈ ਨਾ ਧੁੱਪ ਦੇਖਦੀ ਹੈ, ਨਾ ਸਰਦੀ ਦੇਖਦੀ ਹੈ, ਤੇ ਨਾ ਹੀ ਕੋਈ ਬਿਮਾਰੀ ਠਮਾਰੀ ਦੇਖਦੀ ਹੈ। ਉਹ ਬਿਮਾਰ ਵੀ ਹੋਵੇ ਫਿਰ ਵੀ ਉਹਨੂੰ ਆਪਣੇ ਪਰਿਵਾਰ ਦਾ ਫਿਕਰ ਰਹਿੰਦਾ ਹੈ। ਉਹ ਹਰ ਨਾਮੁਮਕਿਨ ਕੋਸ਼ਿਸ਼ ਕਰਦੀ ਹੈ ਕਿ ਮੈਂ ਆਪਣੇ ਪਰਿਵਾਰ ਨੂੰ ਜੋੜ ਕੇ ਰੱਖਾਂ, ਪਰ ਫਿਰ ਵੀ ਉਸਨੂੰ ਸਮਾਜ ਵਿੱਚ ਉਨੀ ਇੱਜ਼ਤ ਨਹੀਂ ਮਿਲਦੀ ਜਿਸ ਇੱਜ਼ਤ ਦੀ ਉਹ ਹੱਕਦਾਰ ਹੈ। ਇਹ ਕਿਉਂ? ਉਹਦੇ ਵਿੱਚ ਇੱਕ ਇਟਲੀ ਦਾ ਬੀਟ ਹੋਇਆ, ਉਹ ਆਪਣੀ ਕਿਤਾਬ 'ਚ ਲਿਖਦਾ ਬਈ 40 ਲੱਖ ਲੋਕਾਂ ਪਿੱਛੇ ਇੱਕ ਨੂੰ ਪਤਾ ਹੁੰਦਾ ਵੀ ਪਿਆਰ ਕਿਹਨੂੰ ਕਹਿੰਦੇ ਆ। ਕ੍ਰਿਸ਼ਨ ਭਗਵਾਨ ਗੀਤਾ 'ਚ 3 ਵਾਰੀ ਕਰੋੜ ਬੋਲਦੇ ਆ, ਉਹਦੇ ਵਿੱਚੋਂ ਇੱਕ ਨੂੰ ਪਤਾ ਹੁੰਦਾ ਵੀ ਜਿਹੜੀ ਮਨੁੱਖੀ ਕਦਰਾਂ ਕੀਤੇ ਉਹਦੀਆਂ ਭਾਵਨਾਵਾਂ ਤੇ ਉਹ ਸਦਗਤੀ ਕਿਵੇਂ ਪਾਈ ਜਾਂਦੀ ਹੈ। ਗੁਰਬਾਣੀ ਵੀ ਬਹੁਤ ਕੁਛ ਕਹਿੰਦੀ ਆ ਵੀ ਕਰੋੜਾਂ 80 ਕਰੋੜ 'ਚ ਇੱਕ ਨੂੰ ਪਤਾ ਹੁੰਦਾ। ਪਰ ਜਿਹੜੀ ਤੁਸੀਂ ਜੇ ਸਵਾਲ ਕੀਤਾ ਉਹਦਾ ਜਵਾਬ ਸੰਧੂ ਜੀ ਇਹ ਆ ਬਈ ਔਰਤ ਇੱਕ ਧਰਤੀ ਆ, ਧਰਤੀ ਦੇ ਵਿੱਚ ਔਰਤ ਵਿੱਚ ਧਰਤੀ ਜਿੰਨੀ ਨਿਮਾਣਤਾ ਹੁੰਦੀ ਆ, ਸਮੁੰਦਰ ਵਾਂਗੂ ਸ਼ਾਂਤ ਹੁੰਦੀ ਹੈ। ਕਈ ਮੇਰੇ ਵੀਰ ਦਰਸ਼ਕ ਇਹ ਚੀਜ਼ ਦੇ ਸਵਾਲ ਉਠਾਉਣਗੇ ਵੀ ਸਮੁੰਦਰ ਵਾਂਗੂ ਸ਼ਾਂਤ ਕਿਵੇਂ ਆ। ਉਹਦੇ ਵਿੱਚ ਮੇਰੇ ਵੀਰੋ ਇਹ ਆ ਬਈ ਜਦੋਂ ਅਸੀਂ ਸਹੁਰੇ ਘਰ ਦੇ ਵਿੱਚ ਔਰਤ ਨੂੰ ਕਿੰਨਾ ਮਾੜਾ ਚੰਗਾ ਬੋਲਦੇ ਆ, ਉਹਦੇ ਮਾਪੇ ਆਏ ਤੋਂ ਕਈ ਵਾਰ ਬੋਲ ਜਾਂਦੇ ਆ, ਫਿਰ ਵੀ ਉਹ ਬੋਲਦੇ ਨਹੀਂ, ਫਿਰ ਇਹਨੂੰ ਅਸੀਂ ਧਰਤੀ ਦੀ ਨਿਮਾਣਤਾ ਹੀ ਕਹਾਂਗੇ ਵੀ ਸਭ ਕੁਝ ਚੱਲੀ ਜਾਂਦੀ ਹੈ। ਠੀਕ ਹੈ ਕਿ ਨਹੀਂ? ਫਿਰ ਉਹ ਸਮੁੰਦਰ ਵਾਂਗੂ ਸ਼ਾਂਤ ਹੈ ਵੀ ਸਭ ਕੁਝ ਚੱਲਦੀ ਆ। ਜੇਕਰ ਮੰਨ ਲਓ ਵੀ ਜਿਹੜਾ ਘਰ ਦਾ ਪਤੀ ਹੁੰਦਾ ਉਹਨੂੰ ਸਹੁਰੇ ਘਰ ਦੇ ਵੀ ਕੋਈ ਚੱਜ ਦੀ ਗੱਲ ਦੱਸ ਦਿੰਦੇ ਆ ਤਾਂ ਕਹੇ ਜੀ ਅਜੇ ਤੱਕ ਹੁਣ ਤਾਂ ਜਾਣਾ ਹੀ ਨਹੀਂ, ਮੈਨੂੰ ਤਾਂ ਅਕਲ ਦੇਣ ਲੱਗ ਗਈ। ਉਹ ਇੱਕ ਵਾਰੀ ਕਹਿੰਦੇ ਆ ਤਾਂ ਉਹ ਰੋਜ਼ ਉਹਦੀ ਮੰਦਾ ਚੰਗਾ ਬੋਲੀ ਜਾਂਦਾ। ਉਹ ਇਸ ਕਰਕੇ ਆ ਕਿਉਂਕਿ ਉਹਦੇ ਵਿੱਚ ਬਈ ਔਰਤ ਤੁਸੀਂ ਸਵਾਲ ਪਾਇਆ ਵੀ ਔਰਤ ਇੱਕਣ ਕਿਵੇਂ, ਕਿਉਂਕਿ ਔਰਤ ਵਿੱਚ 4 ਗੁਣ ਪਾਏ ਜਾਂਦਾ ਮੇਰੇ ਹਿਸਾਬ ਨਾਲ 4। ਮੈਂ ਤਾਂ ਆਪਣੀ ਘਰ ਵਾਲੀ 'ਚ ਦੇਖੇ ਆ, ਸੰਸਾਰ ਦਾ ਮੈਨੂੰ ਪਤਾ ਨਹੀਂ ਹੈਗਾ। ਠੀਕ ਹੈ ਕਿ ਨਹੀਂ? ਬਈ ਮੇਰੀ ਜਿਹੜਾ ਜੀਵਨ ਸਾਥੀ ਦੇ ਵਿੱਚ ਧਰਤੀ ਜਿੰਨੀ ਨਿਮਾਣਤਾ, ਸਮੁੰਦਰ ਵਾਂਗੂ ਸ਼ਾਂਤ, ਆਕਾਸ਼ ਜਿੰਨੀ ਵਿਸ਼ਾਲਤਾ, ਪਰਬਤ ਜਿੱਡਾ ਜੇਰਾ। ਬੇਸ਼ੱਕ ਚਾਹੇ ਅਸੀਂ ਘਰ ਦੇ ਵਿੱਚ ਹੁਣ ਆਪਾਂ ਸੰਸਾਰਕ ਔਰਤਾਂ ਦੀ ਗੱਲ ਕਰਦੇ, ਸੰਸਾਰਕ ਪਤਿਆਂ ਦੀ ਗੱਲ ਕਰਦੇ ਹਾਂ, ਜਿਹਦੇ ਵੱਲੋਂ ਮੇਰੀ ਵੱਲੋਂ ਵੈਦ ਮਨਜੀਤ ਸਿੰਘ ਵੱਲੋਂ ਇਹਨਾਂ ਔਰਤਾਂ ਨੂੰ ਕੋਟੀ-ਕੋਟ ਨਮਸਕਾਰ ਹੈ। ਬਈ ਉਹ ਇੰਨਾ ਕੁਛ ਹੋਣ ਦੇ ਬਾਵਜੂਦ ਸਭ ਕੁਝ ਝੱਲਦੀਆਂ ਨੇ। ਇਹ ਝੱਲਦੀਆਂ ਇਸ ਕਰਕੇ ਹੁੰਦੀਆਂ ਨੇ ਵੀ ਮੇਰਾ ਕਿਤੇ ਪਰਿਵਾਰ ਟੁੱਟ ਨਾ ਜਾਵੇ। ਤੇ ਜਿਹੜੇ ਜਾਣੀ ਘਰ ਦੇ ਵਿੱਚ 1-2 ਫਿਲਮਾਂ ਬਣਦੀਆਂ ਹੁੰਦੀਆਂ ਨੇ। ਜਿਹੜਾ ਘਰ ਦਾ ਸਹੁਰਾ ਪਰਿਵਾਰ ਹੁੰਦਾ ਉਹ ਕਹਿ ਦਿੰਦਾ ਹਮ ਕਿਸੇ ਦੇ ਕੰਮ ਨਹੀਂ। ਠੀਕ ਹੈ ਕਿ ਨਹੀਂ? ਜਦੋਂ ਫਿਰ ਹਰ ਇੱਕ ਚੀਜ਼ ਦੀ ਅੰਤ ਹੁੰਦਾ, ਸਹਿਣਸ਼ੀਲਤਾ ਦੇ ਵੀ ਅੰਤ ਹੁੰਦਾ। ਠੀਕ ਹੈ ਕਿ ਨਹੀਂ? ਉਹ ਫਿਰ ਜਦੋਂ ਫਿਰ ਉਹਦੀ ਜਦੋਂ ਅੰਤ ਹੋ ਜਾਂਦਾ ਨੂੰਹ ਦਾ, ਉਹ ਕਹਿ ਦਿੰਦੀ ਆ ਕਬ ਤੱਕ ਚੁੱਪ ਰਹੂੰਗੀ। ਇਹ 2 ਫਿਲਮਾਂ ਆਈਆਂ ਸੀ ਨਾ। ਜਦੋਂ ਘਰ ਦੇ ਵਿੱਚ ਇਹ ਫਿਲਮਾਂ ਚੱਲ ਪੈਣ 2 ਤਾਂ ਫਿਰ ਠੀਕ ਆ ਵੀ ਬਣੀ ਮੰਨ ਲਾ ਵੀ ਘਰ ਕੋਈ ਬੰਦਾ ਛੱਡ ਕੇ ਨਹੀਂ ਭੱਜਦਾ ਹੁੰਦਾ, ਪਰ ਜਿਉਣ ਦਾ ਆਨੰਦ ਵੀ ਖਤਮ ਹੋ ਜਾਂਦਾ। ਵੀ ਇਸ ਕਰਕੇ ਮੇਰੇ ਜਿੰਨੇ ਮੇਰੇ ਦਰਸ਼ਕ ਵੀਰ ਨੇ ਉਹਨਾਂ ਨੂੰ ਮੈਂ ਇਹ ਕਹਿਣਾ ਬਈ ਸੰਸਾਰ ਦੇ ਵਿੱਚ ਸਾਰੇ ਔਗਣ ਹਾਰੇ ਨੇ। ਕਦੇ ਵੀ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਜੀਵਨ ਸਾਥੀ ਹੈ ਉਹਦੇ ਔਗਣਾਂ ਵੱਲ ਨਾ ਦੇਖੋ, ਕਿਉਂਕਿ ਸਾਨੂੰ ਵੀ ਆਪਣੀਆਂ ਗਲਤੀਆਂ ਦਾ ਨਹੀਂ ਪਤਾ, ਜਿਹੜਾ ਕਿ ਦੂਜੇ ਨੂੰ ਪਤਾ ਹੁੰਦਾ। ਇਸ ਕਰਕੇ ਜੇ ਅਸੀਂ ਦੁਨੀਆ ਵਿੱਚ ਸਭ ਤੋਂ ਵੱਡਾ ਗੁਰੂ ਜੀਵਨ ਸਾਥੀ ਹੁੰਦਾ। ਜੀਵਨ ਸਾਥੀ ਨੂੰ ਸਾਡੇ ਔਗਣਾਂ ਦਾ ਹੀ ਪਤਾ, ਸਾਡੇ ਘਰ ਦਾ ਹੀ ਪਤਾ, ਸਾਡੇ ਘਰ 'ਚ ਕਰਜ਼ਾ ਕਿੰਨਾ ਅਤੇ ਸਾਡੇ ਘਰ ਦੀ ਔਖਿਆਈ 100 ਕਿਵੇਂ ਚੱਲਦੀ ਆ, ਕਿਹਦਾ ਅਸੀਂ ਦੇਣਾ ਕਿਹਦਾ ਲੈਣਾ। ਵੀ ਇਸ ਕਰਕੇ ਜਦ ਜੀਵਨ ਸਾਥੀ ਹੀ ਸਾਡੀਆਂ ਸਾਰੀਆਂ ਗੱਲਾਂ ਮੁੱਢ ਜੋੜ ਕੇ ਤੁਰਦਾ ਤਾਂ ਸਾਨੂੰ ਕਦੇ ਵੀ ਅਤੇ ਜਿਹੜੀਆਂ ਇਨਸਾਨੀ ਕਦਰਾਂ ਕੀਮਤਾਂ ਦੀਆਂ ਭਾਵਨਾਵਾਂ ਉੱਚੀਆਂ ਰੱਖਣੀਆਂ ਚਾਹੀਦੀਆਂ ਨੇ। ਮੈਂ ਜਾਣੀ ਕਿ ਦਰਸ਼ਕ ਵੀਰੇ ਗੱਲ ਕਹਿਣੀ ਆ
ਵੀ ਜਿਹੜੇ ਘਰਾਂ ਦੇ ਵਿੱਚ ਔਰਤ ਨੂੰ ਇਸ ਤਰ੍ਹਾਂ ਜਾਣੀ ਕਿ ਦਬਾਇਆ ਜਾਂਦਾ, ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਵੀ ਤੁਸੀਂ ਔਰਤ ਨੂੰ ਮਾੜਾ ਚੰਗਾ ਨਹੀਂ ਬੋਲਦੇ ਹੈਗੇ। ਜਿਹੜੀ ਸਾਡੇ ਅੰਦਰੋਂ ਲਾਈਟ ਨਿਕਲਦੀ ਅੱਖਾਂ ਦੇ ਰਾਹੀਂ ਬਾਹਰ ਜਾਂਦੀ ਆ, ਆਤਮਾ ਜਿਹੜੀ ਪਰਮੇਸ਼ਰ ਦੀ ਅੰਸ਼ ਆ, ਉਹ ਸਾਡੇ ਵਿੱਚੋਂ ਵੀ ਜਾਂਦੀ ਆ ਤੇ ਔਰਤ ਵਿੱਚੋਂ ਵੀ ਜਾਂਦੀ ਆ। ਜਿਹਨੇ ਸਾਨੂੰ ਬਣਾਇਆ ਤੇ ਉਹਨੂੰ ਵੀ ਉਹਨੇ ਹੀ ਬਣਾਇਆ। ਜੇਕਰ ਸਾਡੀ ਅੱਖ 'ਚ ਫਰਕ ਪੈ ਗਿਆ ਨੀਵਾਂ ਦਿਖਾਉਣ ਦੀ, ਤਾਂ ਜਿਹਨੇ ਸਾਨੂੰ ਬਣਾਇਆ ਉਹਦੀ ਅੱਖ 'ਚ ਕੋਈ ਫਰਕ ਨਹੀਂ ਹੈਗਾ। ਇਸ ਕਰਕੇ ਜੇ ਤੁਸੀਂ ਸੱਚੀ ਆਪਣੇ ਮਨ ਦੇ ਵਿੱਚ ਰੱਬ ਨੂੰ ਮੰਨਦੇ ਆ, ਤਾਂ ਤੁਹਾਨੂੰ ਔਰਤ ਨੂੰ ਵੀ ਨਾਲ ਹੀ ਰੱਬੀ ਰੂਪ, ਜਿਹਦੇ ਵਿੱਚੋਂ ਅਸੀਂ ਇਨਸਾਨੀ ਬੂਟੇ ਉੱਗੇ ਆ, ਜਿਹੜੀ ਉਹ ਔਰਤ ਸਾਡੇ ਜੀਵਨ ਨੂੰ ਸਹਾਰਾ ਦਿੰਦੀ ਆ, ਸਾਡੀ ਕੱਲੀ ਕੱਲੀ ਗੱਲ ਦੇ ਨਾਲ ਮੋਢੇ ਜੜ ਕੇ ਤੁਰਦੀ ਆ। ਬਈ ਤੁਸੀਂ ਉਹਨੂੰ ਨਮਸਕਾਰ ਹੀ ਨਮਸਕਾਰ ਆ ਮੇਰੀ।